Hey guys, it's been a while since I uploaded my last video face to face. So please forgive me if there's a bit of awkwardness or whatever in between. But I was trying testing out stock footage for a while, but it wasn't really feeling it. I wasn't really vibing with it. I tried a couple of things, but galaji nahi si. So I am back to this classic face to face thing. I feel like I can interact with you guys much better, and then you can understand me much better. So, but anyways, coming back to the video, this video is gonna be about dark energy. पिछली video मैं बनाई सीगी dark matter ते, and I tried explaining what dark matter is, कित्थों आंदा आ, की possible theories आ ਉਹਦੇ origin ਦੀਆਂ, ਤੇ ਉਹ ਕੀ ਹੋ ਸਕਦਾ ਹੈ, right? And this one is gonna be mostly about dark energy, ਕਿ like dark energy ਕੀ ਚੀਜ਼ ਆ, ਕਿੱਥੋਂ origin ਹੋਈ ਆ, ਕਿੱਦਾਂ ਆਪਾਂ ਨੂੰ ਪਤਾ ਲੱਗਾ. So first of all, let me give you a bit of an overview ਕਿ ਆਪਾਂ ਨੂੰ ਪਤਾ ਕਿੱਦਾਂ ਲੱਗਾ ਕਿ ਯਾਰ ਕੋਈ ਚੀਜ਼ ਆ ਡਾਰਕ ਐਨਰਜੀ ਨਾਮ ਦੀ ਜਿਹੜੀ ਕਿ ਆਪਣੇ ਯੂਨੀਵਰਸ ਦੇ ਵਿੱਚ ਰਨ ਕਰ ਰਹੀ ਆ. ਸੋ 1998 ਇੱਕ ਐਸਟਰੋਨੋਮਰ ਬੈਠਾ, ਸੋਚੋ ਉਹਨੇ ਕੀ ਦੇਖਿਆ ਕਿ ਜਿਹੜੀਆਂ ਆਪਣੇ ਤੋਂ ਗੈਲੈਕਸੀਜ਼, ਅਲੱਗ ਗੈਲੈਕਸੀਜ਼ ਆ, ਐਂਡਰੋਮੇਡਾ ਹੋ ਗਈ ਜਾਂ ਹੋਰ ਵੀ ਗੈਲੈਕਸੀਜ਼ ਆਪਣੇ ਆਸ-ਪਾਸ ਆ, ਉਹ ਆਪਣੇ ਤੋਂ ਦੂਰ ਜਾ ਰਹੀਆਂ ਆ. ਤੇ ਦਿਸ ਵਾਜ਼ ਵੀਅਰਡ, ਰਾਈਟ? ਕਿ ਜੇ ਗ੍ਰੈਵਿਟੀ ਐਗਜ਼ਿਸਟ ਕਰ ਰਹੀ ਆ, ਉਹ ਇੱਕ ਦੂਸਰੇ ਤੋਂ ਕੋਲ ਆਉਣੀਆਂ ਚਾਹੀਦੀਆਂ. ਦੇ ਸ਼ੁੱਡ ਬੀ ਕਮਿੰਗ ਕਲੋਜ਼ਰ ਟੂ ਈਚ ਅਦਰ, ਨਾਟ ਗੋਇੰਗ ਅਵੇ ਫਰੋਮ ਈਚ ਅਦਰ. ਬਟ ਇਟ ਵਾਜ਼ ਆਪੋਜ਼ਿਟ, ਜਿਹੜੀਆਂ ਗੈਲੈਕਸੀ ਸੀਗੀਆਂ ਉਹ ਦੂਰ ਜਾ ਰਹੀਆਂ ਸੀਗੀਆਂ. ਸੋ ਦੈਟ ਵੀਅਰਡ ਥਿੰਗ ਫੋਰਸਡ ਅਸ ਟੂ ਥਿੰਕ ਕਿ ਮਤਲਬ ਅੱਛਾ ਯਾਰ ਕੋਈ ਚੀਜ਼ ਹੈਗੀ ਆ ਜਿਹੜੀਆਂ ਇਹ ਗੈਲੈਕਸੀਜ਼ ਨੂੰ ਦੂਰ ਖਿੱਚ ਰਹੀ ਆ, ਲਾਗੇ ਨਹੀਂ ਲਿਆਉਂਦੀ ਰਹੀ, ਦੂਰ ਖਿੱਚ ਰਹੀ ਆ. ਸੋ ਦੈਟ ਇਜ਼ ਡਾਰਕ ਐਨਰਜੀ. ਇਹ ਡਿਸਕਵਰ ਹੋਈ ਆ 1998 ਦੇ ਵਿੱਚ. ਤੋਂ ਬਾਅਦ ਜਦੋਂ ਆਪਾਂ ਹੋਰ ਰਿਸਰਚ ਕੀਤੀ ਇਸ ਚੀਜ਼ ਬਾਰੇ, ਆਪਾਂ ਨੂੰ ਪਤਾ ਲੱਗਾ ਕਿ ਲਾਈਕ ਇਟ ਐਕਚੁਅਲੀ ਕੰਪਰਾਈਜ਼ਸ 67% ਆਫ ਦਾ ਯੂਨੀਵਰਸ. ਜੇ ਆਪਣੀ ਯੂਨੀਵਰਸ 100% ਆ, ਉਹਦੇ ਵਿੱਚੋਂ 67% ਸਿਰਫ ਡਾਰਕ ਐਨਰਜੀ ਹੀ ਆ. ਇੰਨੀ ਜ਼ਿਆਦਾ ਕੁਆਂਟੀਟੀ ਆ ਇਸ ਚੀਜ਼ ਦੀ, ਐਂਡ ਸਟਿਲ ਵੀ ਡਿਡਨਟ ਇਵਨ ਨੋ ਇਟ ਅੰਟਿਲ we started looking far away and then started noticing the galaxies going further and further away. ਤੇ ਹੁਣ ਇੱਕ ਚੀਜ਼ ਮੈਂ ਇੱਥੇ ਹੋਰ ਕਲੀਅਰ ਕਰਨੀ ਚਾਹੁੰਦਾ. ਇਟਸ ਵੈਰੀ ਈਜ਼ੀ ਟੂ ਕਨਫਿਊਜ਼ ਕਿ ਲਾਈਕ ਡਾਰਕ ਐਨਰਜੀ ਤੇ ਡਾਰਕ ਮੈਟਰ ਰਿਲੇਟਡ ਆ, because basically they both have dark in their names, right? So it's very easy to kind of misunderstand the concept, but they are totally opposite. ਇੱਕ ਡਾਰਕ ਮੈਟਰ ਇੱਧਰ ਆ, ਮੰਨ ਲਓ ਤੁਸੀਂ ਇੱਕ ਟਗ ਆਫ ਵਾਰ ਖੇਡ ਰਹੇ ਆ, ਰੱਸੀ ਖਿੱਚਣ ਦਾ ਮੁਕਾਬਲਾ, ਇੱਧਰ ਡਾਰਕ ਮੈਟਰ ਆ ਤੇ ਡਾਰਕ ਐਨਰਜੀ ਇਜ਼ ਗੋਣਾ ਬੀ ਔਨ ਦੀ ਆਪੋਜ਼ਿਟ ਸਾਈਡ. ਜੇ ਗੈਲੈਕਸੀਜ਼ ਦਾ ਕੋਈ ਸਟਰਕਚਰ ਦੇ ਰਹੀ ਆ, ਗ੍ਰੈਵਿਟੀ ਦੀ ਹੈਲਪ ਕਰ ਰਹੀ ਆ ਗੈਲੈਕਸੀ ਨੂੰ ਹੋਲਡ ਕਰਨ ਦੀ, ਦੈਟ ਇਜ਼ ਗੋਣਾ ਬੀ ਯੋਰ ਡਾਰਕ ਮੈਟਰ. ਪਰ ਜੇ ਕੋਈ ਚੀਜ਼ ਯੂਨੀਵਰਸ ਨੂੰ ਐਕਸਪੈਂਡ ਕਰ ਰਹੀ ਆ, ਖਿੱਚ ਰਹੀ ਆ, ਇੱਕ ਦੂਸਰੇ ਤੋਂ ਦੂਰ ਕਰ ਰਹੀ ਆ, ਦੈਟ ਇਜ਼ ਗੋਣਾ ਬੀ ਯੋਰ ਡਾਰਕ ਐਨਰਜੀ. ਸੋ ਡਾਰਕ ਐਨਰਜੀ ਕੰਮ ਕਿੱਦਾਂ ਕਰਦੀ ਆ ਹੁਣ? ਇਟ ਬੇਸਿਕਲੀ ਵਰਕਸ, ਇਟਸ ਬੇਸਿਕਲੀ ਲਾਈਕ ਇਨ ਅ ਸਪੇਸ ਇਟਸੈਲਫ, ਕਿ ਇਹ ਜਿਹੜਾ ਸਪੇਸ ਆ ਉਹਦੇ ਫੈਬਰਿਕ ਨੂੰ ਹੀ ਐਕਸਪੈਂਡ ਕਰਦੀ ਆ. ਤੇ ਮਤਲਬ ਹੁਣ ਉਹਦੇ ਵਿੱਚ ਹੀ ਇੰਟਰਟਵਾਈਨਡ ਆ, ਸਪੇਸ ਦੇ ਵਿੱਚ ਹੀ, ਸਪੇਸ ਟਾਈਮ ਦੇ ਵਿੱਚ, ਮਾਈ ਬੈਡ. ਸੋ ਇਫ ਦੇਰ ਇਜ਼ ਅ ਡਾਰਕ ਐਨਰਜੀ ਤੇ ਉਹ ਕਿਸੇ ਸਪੇਸ ਦੇ ਵਿੱਚ ਹੈਗੀ ਆ, ਮੰਨ ਲਓ ਆ ਤੁਹਾਡਾ ਸਪੇਸ ਆ, ਇਹਦੇ ਅੰਦਰ ਡਾਰਕ ਐਨਰਜੀ ਆ, ਤੇ ਉਹਨੇ ਇਹਨੂੰ ਐਕਸਪੈਂਡ ਕਰਾਉਣਾ, ਇਹਨੇ ਖੋਲ੍ਹਣਾ ਆ. ਤੇ ਵੀਅਰਡ ਥਿੰਗ ਇਜ਼ ਜਿੰਨਾ ਸਪੇਸ ਐਕਸਪੈਂਡ ਹੁੰਦਾ ਜਾਊਗਾ, obvious ਜੀ ਗੱਲ ਆ, ਹੁਣ ਇੱਥੇ ਤਾਂ ਮੇਰਾ ਹੱਥ ਖਾਲੀ ਹੋ ਗਿਆ, ਬਟ space is not gonna be empty. There is gonna be more space inside that, because that's how universe works. So ਜਿੰਨਾ space expand ਹੋ ਰਿਹਾ ਆ, ਉਨਾ ਜ਼ਿਆਦਾ space ਉਹਦੀ ਜਗ੍ਹਾ ਤੇ ਐਡ ਅਪ ਹੋਈ ਜਾ ਰਿਹਾ ਆ, ਤੇ ਉਨੀ ਜ਼ਿਆਦਾ dark energy ਐਡ ਅਪ ਹੋਈ ਜਾ ਰਹੀ ਆ. So basically that's why it just keeps on expanding. Space expand ਹੋਈ ਜਾ ਰਿਹਾ ਆ, dark energy ਨੂੰ expand ਕਰੀ ਜਾ ਰਹੀ ਆ, ਤੇ ਜਿੱਥੋਂ expand ਹੁੰਦਾ ਪਿਆ ਸੀਗਾ ਉੱਥੇ ਹੋਰ space ਆਈ ਜਾ ਰਿਹਾ ਆ, ਉੱਥੇ ਹੋਰ energy ਆਈ ਜਾ ਰਹੀ ਆ. That's how it keeps on expanding the universe further and further apart. This is very weird how it works, but imagine in a real world analogy to like make it, to take the concept home. Imagine ਤੁਸੀਂ ਇੱਕ balloon ਲਿਆ, ਪਗਾਨਾ ਲਿਆ, ਤੁਸੀਂ ਉਹਨੂੰ ਫੁਲਾਉਣ ਲੱਗ ਪਏ. ਜਦੋਂ ਤੁਸੀਂ ਉਹਨੂੰ ਫੁਲਾਉਣਾ ਸ਼ੁਰੂ ਕੀਤਾ ਤਾਂ ਪਹਿਲਾਂ ਕੀ ਹੋਇਆ ਕਿ ਮਤਲਬ ਤੁਹਾਡੀ ਹਵਾ ਅੰਦਰ ਜਾ ਰਹੀ ਸੀ, ਪਗਾਨਾ ਫੁੱਲ ਰਿਹਾ ਸੀ. ਬਟ ਇੱਕ ਟਾਈਮ ਤੋਂ ਬਾਅਦ ਕੀ ਹੋਇਆ ਕਿ ਤੁਸੀਂ ਫੂਕ ਮਾਰਨੀ ਬੰਦ ਕਰਤੀ ਤੇ ਪਗਾਨਾ ਆਪਣੇ ਆਪ ਫੁੱਲੀ ਜਾ ਰਿਹਾ ਹੈ. Like you have stopped blowing air into the balloon, but it's still blowing out. It's still blowing, like ਵੱਡਾ ਹੋਈ ਜਾ ਰਿਹਾ. That is basically mystery, ਕਿ ਤੁਹਾਨੂੰ ਨਹੀਂ ਪਤਾ ਕਿ ਯਾਰ what the fuck is happening, ਕਿ ਆਪਣੇ ਆਪ ਵਧੀ ਕਿੱਦਾਂ ਜਾ ਰਿਹਾ balloon, ਫੁੱਲੀ ਕਿੱਦਾਂ ਜਾ ਰਿਹਾ. That is basically how dark energy works. There was a big bang once, ਮਤਲਬ
shit happens and everything popped out. But now there is nothing. कोई भी external factor नहीं है ਜਿਹੜਾ universe ਨੂੰ expand करा रहा होवे, but it's still expanding. And then that is what dark energy is. But let me get the shit more weird for you guys. Okay, so if this keeps on going up, ਜੇ ਇਹ dark energy ਵੱਧਦੀ ਜਾਊਗੀ, ਜਿੰਨਾ ਵਧੂਗੀ ਉਨਾ space add ਹੋਈ ਜਾਊਗਾ, only dark energy add ਹੋਈ ਜਾਊਗੀ. If this keeps going on, ਇੱਕ time ਤੇ ਕੀ ਆਊਗਾ, it's gonna overpower our universe so much ਕਿ ਮਤਲਬ ਇੰਨਾ overpower ਕਰ ਜੂਗੀ universe ਨੂੰ ਕਿ ਜਿਹੜਾ atoms ਆ ਉਹ ਵੀ rip apart ਕਰ ਜੂਗੇ. they're gonna fucking rip apart from inside ਕਿ ਇੰਨਾ overcome ਕਰ ਜੂਗੀ ਇਹ power universe ਨੂੰ. And that is called Big Rip. The Big Rip, it's one of the theories in which universe might end. कि मतलब universe ਦਾ ਖਤਮ ਹੋਣ ਦਾ ਇੱਕ ਕਾਰਨ ਇਹ ਵੀ ਹੋ ਸਕਦਾ ਹੈ ਕਿ dark energy is gonna overpower it so much ਕਿ ਮਤਲਬ at the end of the time galaxies ਨੂੰ ਪਹਿਲਾਂ apart ਖਿੱਚੂਗੀ, ਫਿਰ planets ਨੂੰ apart ਖਿੱਚੂਗੀ, ਫਿਰ planets ਦੇ ਅੰਦਰੋਂ ਚੀਜ਼ਾਂ apart ਖਿੱਚੂਗੀ, and at the end ਇੰਨੀ ਜ਼ਿਆਦਾ overpower ਕਰ ਜੂਗੀ ਕਿ like the atoms itself are gonna rip apart because of the dark energy. That is possibly one of the theory. But it is also weird कि how it is helping the universe to function. कि ਜੇ ਇਹ power ਜਿਹੜੀ ਆ ਇਸ ਵਕਤ ਜਿੰਨੀ ਹੈਗੀ ਆ, ਜਿੰਨੀ ਇਹਦੀ amount ਆ, ਉਹਦੇ ਤੋਂ ਥੋੜੀ ਜਿਹੀ ਵੀ ਵੱਧ ਹੁੰਦੀ ਤਾਂ it was already gonna overpower our universe so much ਕਿ ਮਤਲਬ galaxies wouldn't even have chance to be built up. ਕਿ ਮਤਲਬ ਜੇ ਦੀ ਪਾਵਰ ਜ਼ਿਆਦਾ ਹੁੰਦੀ ਤਾਂ galaxies ਜਿਹੜੀਆਂ ਆ ਉਹਨਾਂ ਨੂੰ ਬਿਲਡ ਅਪ ਕਰਨ ਦਾ ਟਾਈਮ ਹੀ ਨਹੀਂ ਸੀ ਮਿਲਣਾ. they were already gonna be like ਖਿੱਚੀਆਂ ਜਾਣੀਆਂ ਸੀਗੀਆਂ. ਤੇ ਜੇ ਦੀ ਪਾਵਰ ਥੋੜੀ ਜਿਹੀ ਵੀ ਘੱਟ ਹੁੰਦੀ ਤਾਂ galaxies ਜਿਹੜੀਆਂ ਆ ਉਹਨਾਂ ਦੀ gravity ਇੰਨੀ overpower ਕਰ ਜਾਣੀ ਸੀਗੀ ਕਿ like they were gonna crunch each other. So it is in a perfect amount. This is how precisely it is set up in the universe. ਕਿ ਮਤਲਬ ਇੱਕ ਹਿਸਾਬ ਦੀ weird ਹੀ ਚੀਜ਼ ਲੱਗਦੀ ਆ ਕਿ like how ਕਿਸੇ ਨੇ ਜਿੱਦਾਂ ਨਾ measure ਕੀਤੀ ਹੁੰਦੀ ਹੈ ਚੀਜ਼ and then ਆਪਣੀ universe ਦੇ ਵਿੱਚ ਪਾਈ ਹੁੰਦੀ ਕਿ like ਅੱਛਾ ਜੇ ਮੈਂ ਇੰਨੀ amount ਦੇ ਵਿੱਚ dark energy ਇੰਨੀ ਇਹਦੀ power ਰੱਖੂੰਗਾ ਤਾਂ ਹੀ ਇਹ universe function ਕਰੂਗਾ, ਤਾਂ ਹੀ galaxies ਬਣੂਗੀਆਂ, ਤਾਂ ਹੀ planets ਬਣੂਗੇ, ਤਾਂ ਹੀ ਆਪਾਂ ਆਵਾਂਗੇ. So this is where fucking spirituality comes into play, bro. Like the more I read about this kind of stuff, the more I want to learn. Ki matlab more mysterious, my bad. So more mysterious it gets. So that is crazy how that works. So some people say that it might also be leaking from another dimension. Ki like main jidda tanu pichli videos de vich dassya siga how dark matter could be basically be gravity from another universe. This could apply to this one as well. Ki matlab there could be another dimension, so the energy leak karke apne universe de vich aa rahi hai and it's acting like this power. But this seems like more of a quantum kind of thing if you want to know about it. कि मतलब quantum de vich ki hoga, the gravity is gonna work in a different way, and all these things might be connected, but we don't even have science yet to understand what might be happening. So in short, dark energy is the most powerful force in the universe, and if it keeps on expanding, if it keeps on adding up, one day it's gonna overpower every single thing. Even nuclear forces, it's gonna overpower them and rip them apart, leaving us with Big Rip. But that is probably gonna be billions, not even countable billion years apart. So that was it for today. I hope you guys took this concept home, and I know it was a bit of an awkward video for me as well for in a while, but I'll try to improve next time. Let's see what more we can add, and hopefully I'll see you guys soon. Bye.